ਹੈਲੋ ਬੱਚਿਓ। ਬੇਟਾ ਕੱਲ ਅਸੀਂ ਕੀਤਾ ਸੀਗਾ ਕਿ ਕੈਮੀਕਲ ਜਿਹੜਾ ਕਿ ਰਿਐਕਸ਼ਨਸ ਕੀ ਹੁੰਦੇ ਨੇ ਤੇ ਫਿਜ਼ੀਕਲ ਚੇਂਜਸ ਜਿਹੜਾ ਕਿ ਉਹ ਕੀ ਹੁੰਦੇ ਨੇ, ਉਹਨਾਂ ਦੇ ਵਿਚਕਾਰ ਫਰਕ ਵੀ ਅਸੀਂ ਜਾਣਿਆ ਸੀਗਾ। ਅੱਜ ਜਿਹੜਾ ਕਿ ਇਹ ਟੌਪਿਕ ਹੈ ਇਹ ਹੈ 1.1, ਜਿਹਦੇ ਵਿੱਚ ਹੈਗਾ ਕਿ ਕੈਮੀਕਲ ਇਕੁਏਸ਼ਨਸ। ਜਿਹੜਾ ਇਸ ਟੌਪਿਕ ਦਾ ਨਾਂ ਹੈ ਕੈਮੀਕਲ ਇਕੁਏਸ਼ਨਸ ਹੁੰਦੀਆਂ ਕੀ ਹੈ। ਪਹਿਲੀ ਗੱਲ ਤਾਂ ਇਹ ਹੈ ਕੈਮੀਕਲ ਜੋ ਤੋਂ ਪਤਾ ਹੈ ਕਿ ਰਸਾਇਣਿਕ ਚੀਜ਼ਾਂ ਨੇ। ਇਕੁਏਸ਼ਨਸ ਦਾ ਮਤਲਬ ਹੁੰਦਾ ਹੈ ਕਿ ਜਿਹਦੇ ਵਿੱਚ ਕਿਤੇ ਨਾ ਕਿਤੇ ਇਕੁਅਲ ਟੂ ਸਾਈਨ ਹੋਵੇ ਜਾਂ ਜਿਹਦੇ 'ਚ ਦੋ ਸਾਈਡਾਂ ਹੋਣ। ਯਾਨੀ ਕਿ ਜਿਸ ਤਰ੍ਹਾਂ ਆਪਾਂ ਮੈਥ 'ਚ ਵੀ ਦੇਖਦੇ ਹਾਂ ਨਾ, ਉਹ 'ਚ ਦੇਖਦੇ ਹਾਂ ਕਿ ਦੋ ਸਾਈਡਾਂ ਹੁੰਦੀਆਂ ਨੇ, ਇੱਕ ਲੈਫਟ ਸਾਈਡ ਹੁੰਦੀ ਹੈ ਵਿੱਚ ਇਕੁਅਲ ਟੂ ਦਾ ਸਾਈਨ ਹੁੰਦਾ ਹੈ ਤੇ ਇੱਕ ਰਾਈਟ ਸਾਈਡ ਹੁੰਦੀ ਹੈ। ਇਸ ਤਰ੍ਹਾਂ ਇੱਥੇ ਕੈਮੀਕਲ ਇਕੁਏਸ਼ਨਸ ਹੈਗੀਆਂ ਨੇ ਜਿਨ੍ਹਾਂ 'ਚ ਦੋ ਸਾਈਡਾਂ ਹੋਣਗੀਆਂ। ਇੱਕ ਲੈਫਟ ਸਾਈਡ ਹੋਊਗੀ ਯਾਨੀ ਕਿ ਸਾਡੇ ਖੱਬੇ ਹੱਥ ਦੀ ਸਾਈਡ ਹੋਏਗੀ, ਔਰ ਦੂਜੀ ਜਿਹੜਾ ਕਿ ਉਹ ਸਾਡੇ ਸੱਜੇ ਹੱਥ ਦੀ ਜਿਹੜਾ ਉਹ ਸਾਈਡ ਹੋਏਗੀ। ਹੁਣ ਆਪਾਂ ਪਿੱਛੇ ਨਾ ਐਕਟੀਵਿਟੀ ਕੀਤੀ ਸੀਗੀ, ਆਪਾਂ ਦੇਖਦੇ ਹਾਂ ਐਕਟੀਵਿਟੀ ਕਿਹੜੀ ਸੀਗੀ ਕਿ ਆਪਾਂ ਮੈਗਨੀਸ਼ੀਅਮ ਰਿਬਨ ਨੂੰ ਜਲਾਇਆ ਸੀ ਤੇ ਜਲਾ ਕੇ ਸਾਨੂੰ ਜਿਹੜਾ ਕਿ ਆ ਹਵਾ ਦੇ ਵਿੱਚ ਜਦੋਂ ਇਹਨੂੰ ਜਲਾਇਆ ਸੀਗਾ ਮੈਗਨੀਸ਼ੀਅਮ ਰਿਬਨ ਨੂੰ, ਤੇ ਸਾਨੂੰ ਕੀ ਮਿਲਿਆ ਸੀਗਾ? ਮੈਗਨੀਸ਼ੀਅਮ ਆਕਸਾਈਡ। ਮੈਗਨੀਸ਼ੀਅਮ ਰਿਬਨ ਨੂੰ ਜਦੋਂ ਗਰਮ ਕੀਤਾ ਅੱਗ ਦੇ ਨਾਲ ਤਾਂ ਇੱਕ ਬੜੀ ਚਮਕ ਦੇ ਨਾਲ ਜਿਹੜਾ ਕਿ ਜਲ ਕੇ ਤੇ ਕੀ ਬਣ ਗਿਆ ਸੀਗਾ? ਥੱਲੇ ਮੈਗਨੀਸ਼ੀਅਮ ਆਕਸਾਈਡ ਬਣ ਕੇ ਥੱਲੇ ਗ੍ਰੇ ਜੇ ਕਲਰ ਦਾ ਪਾਊਡਰ ਬਣ ਕੇ ਡਿੱਗ ਗਿਆ ਸੀ। ਹੁਣ ਇਹਨੂੰ ਆਪਾਂ ਕੈਮੀਕਲ ਇਕੁਏਸ਼ਨ ਦੀ ਸ਼ਕਲ ਦੇ ਵਿੱਚ ਕਿਵੇਂ ਲਿਖ ਸਕਦੇ ਹਾਂ? ਹੁਣ ਇਹਨੂੰ ਲਿਖਣਾ ਹੋਵੇ ਇਸ ਰਿਐਕਸ਼ਨ ਨੂੰ ਤੇ ਕਿਵੇਂ ਲਿਖਾਂਗੇ? ਚਲੋ ਦੇਖਦੇ ਹਾਂ। ਸਭ ਤੋਂ ਪਹਿਲਾਂ ਤੇ ਕੀ ਹੈ ਵਰਡ ਇਕੁਏਸ਼ਨ। ਵਰਡ ਇਕੁਏਸ਼ਨ ਕੀ ਹੈਗੀ ਆ ਕਿ ਵਰਡ ਇਕੁਏਸ਼ਨ ਦੇ ਵਿੱਚ ਮਤਲਬ ਜੋ ਉੱਥੇ ਹੋ ਰਿਹਾ ਅਸੀਂ ਉਹ ਲਿਖ ਦਈਏ। ਜਿਸ ਤਰ੍ਹਾਂ ਇੱਥੇ ਮੈਗਨੀਸ਼ੀਅਮ ਹੈ, ਮੈਗਨੀਸ਼ੀਅਮ ਜਿਹੜਾ ਕੀ ਆ ਉਹ ਆਕਸੀਜਨ ਦੇ ਨਾਲ ਉਹਨੇ ਰਿਐਕਸ਼ਨ ਕੀਤਾ ਤੇ ਮੈਗਨੀਸ਼ੀਅਮ ਤੇ ਆਕਸੀਜਨ ਕੀ ਸੀਗੇ? ਇਹ ਰਿਐਕਟੈਂਟ ਸੀਗੇ। ਦੋਨੋਂ ਆਪਸ ਦੇ ਵਿੱਚ ਇਹਨਾਂ ਦੀ ਕਿਰਿਆ ਹੋਈ, ਰਿਐਕਸ਼ਨ ਹੋਇਆ ਤੇ ਰਿਐਕਸ਼ਨ ਹੋ ਕੇ ਸਾਡੇ ਕੋਲ ਕੀ ਬਣ ਕੇ ਸਾਹਮਣੇ ਆ ਗਿਆ? ਮੈਗਨੀਸ਼ੀਅਮ ਆਕਸਾਈਡ। ਯਾਨੀ ਕਿ ਪ੍ਰੋਡਕਟ ਕਿਹੜਾ ਬਣ ਗਿਆ ਸਾਡੇ ਕੋਲ? ਮੈਗਨੀਸ਼ੀਅਮ ਆਕਸਾਈਡ। ਅਸੀਂ ਦੇਖਿਆ ਸੀ ਨਾ ਹੁਣੇ ਕਿ ਮੈਗਨੀਸ਼ੀਅਮ ਨੂੰ ਜਲਾਇਆ ਕਿਉਂਕਿ ਵਾਤਾਵਰਨ ਦੇ ਵਿੱਚ ਕੀ ਹੈਗੀ? ਆਕਸੀਜਨ ਹੈ, ਤੇ ਜਲ ਕੇ ਮੈਗਨੀਸ਼ੀਅਮ ਆਕਸਾਈਡ ਪਾਊਡਰ ਬਣ ਕੇ ਥੱਲੇ ਡਿੱਗ ਪਿਆ ਸੀਗਾ। ਸੋ ਇਕੁਏਸ਼ਨ ਦੇ ਰੂਪ 'ਚ ਅਸੀਂ ਇਸ ਤਰ੍ਹਾਂ ਦਿਖਾ ਸਕਦੇ ਹਾਂ। ਇਹਨੂੰ ਵਰਡ ਇਕੁਏਸ਼ਨ ਕਹਿੰਦੇ ਨੇ। ਕਿਉਂ ਕਹਿੰਦੇ ਨੇ? ਕਿਉਂਕਿ ਆਪਾਂ ਵਰਡ ਲਿਖੇ ਨੇ। ਮੈਗਨੀਸ਼ੀਅਮ ਵਰਡ ਲਿਖਿਆ ਹੈ ਮੈਗਨੀਸ਼ੀਅਮ ਵਾਸਤੇ, ਆਕਸੀਜਨ ਵਰਡ ਲਿਖਿਆ ਆਕਸੀਜਨ ਵਾਸਤੇ, ਤੇ ਪਲੱਸ ਦਾ ਸਾਈਨ ਹੈ ਮਤਲਬ ਕਿ ਦੋਨੋਂ ਆਪਸ 'ਚ ਰਿਐਕਟ ਕਰ ਰਹੇ ਨੇ। ਤੇ ਜਦੋਂ ਪ੍ਰੋਡਕਟ ਇਹਨਾਂ ਨੂੰ ਰਿਐਕਟੈਂਟ ਕਹਿ ਦਿੰਦੇ ਤੇ ਇਹਨੂੰ ਕੀ ਕਹਿੰਦੇ ਆਪਾਂ ਰਾਈਟ ਸਾਈਡ ਦੇ ਤੇ ਜਿਹੜਾ ਹੁੰਦਾ ਇਹਨੂੰ ਕੀ ਕਹਿੰਦੇ ਆ? ਪ੍ਰੋਡਕਟ ਕਹਿ ਦਿੰਦੇ। ਪ੍ਰੋਡਕਟ ਮਤਲਬ ਜੋ ਬਣ ਕੇ ਸਾਹਮਣੇ ਆਇਆ। ਆਹ ਜਿਹੜਾ ਐਰੋ ਸਾਈਨ ਹੈ ਨਾ ਵਿਚਕਾਰ ਤੀਰ ਦਾ ਜਿਹੜਾ ਸਾਈਨ ਹੈ, ਇਹ ਸਾਨੂੰ ਸ਼ੋ ਕਰ ਰਿਹਾ ਕਿ ਰਿਐਕਸ਼ਨ ਕਿਸ ਸਾਈਡ ਨੂੰ ਗਿਆ। ਯਾਨੀ ਕਿ ਰਿਐਕਟੈਂਟ ਆਪਸ ਦੇ ਵਿੱਚ ਮਿਲ ਕੇ ਤੀਰ ਦਾ ਨਿਸ਼ਾਨ ਜਿਹੜਾ ਕਿ ਸ਼ੋ ਕਰ ਰਿਹਾ ਕਿ ਇੱਧਰ ਨੂੰ ਇਹ ਰਿਐਕਸ਼ਨ ਗਿਆ, ਜਾ ਕੇ ਇਸਨੇ ਆਹ ਚੀਜ਼ ਬਣਾ ਦਿੱਤੀ। ਯਾਨੀ ਕਿ ਮੈਗਨੀਸ਼ੀਅਮ ਆਕਸਾਈਡ ਪ੍ਰੋਡਕਟ ਦੇ ਰੂਪ ਦੇ ਜਿਹੜਾ ਕਿ ਸਾਡੇ ਕੋਲ ਸਾਹਮਣੇ ਆ ਗਿਆ। ਹੁਣ ਅਸੀਂ ਦੇਖਦੇ ਹਾਂ ਕਿ ਇਹਨਾਂ ਦੇ ਵਿੱਚ ਜਿਹੜਾ ਕਿ ਰਿਐਕਟੈਂਟ ਦੇ ਜਿਹੜਾ ਕਿ ਇਹਨੂੰ LHS ਕਹਿੰਦੇ ਆ, ਲੈਫਟ ਹੈਂਡ ਸਾਈਡ ਕਹਿ ਦਿੰਦੇ ਆ LHS ਜਿਹੜਾ ਕਿ ਦੇਖੀਏ। ਤੇ ਜਿਹੜਾ ਕਿ ਦੂਸਰੀ ਸਾਈਡ ਜਿਹੜੀ ਆ ਮੈਗਨੀਸ਼ੀਅਮ ਆਕਸਾਈਡ ਜੋ ਬਣਿਆ ਹੈ ਉਹਨੂੰ ਆਪਾਂ ਕੀ ਕਹਿ ਦਿੰਦੇ ਆ? RHS ਯਾਨੀ ਕਿ ਰਾਈਟ ਹੈਂਡ ਸਾਈਡ ਕਹਿ ਦਿੰਦੇ ਆ। ਲੈਫਟ ਹੈਂਡ ਸਾਈਡ ਯਾਨੀ ਕਿ ਖੱਬਾ ਬੰਨਾ ਤੇ ਰਾਈਟ ਹੈਂਡ ਸਾਈਡ ਮਤਲਬ ਕਿ ਸੱਜਾ ਬੰਨਾ ਜਿਹੜਾ ਕਿ ਸਾਡਾ ਹੁੰਦਾ ਹੈ। ਤੇ ਪਲੱਸ ਸਾਈਨ ਜਿਹੜਾ ਕਿ ਅਸੀਂ ਸ਼ੋ ਕੀਤਾ ਹੀ ਨੇ ਕਿ ਜਦੋਂ ਦੋ ਚੀਜ਼ਾਂ ਜਿਹੜੀਆਂ ਮਿਲ ਰਹੀਆਂ ਹੁੰਦੀਆਂ ਨੇ ਉਹ ਜਿਹੜਾ ਰਿਐਕਟੈਂਟ ਦੇ ਵਿੱਚ ਪਲੱਸ ਸਾਈਨ ਪਿਆ। ਜੇਕਰ ਇੱਧਰ ਇੱਕੋ ਹੀ ਚੀਜ਼ ਬਣੀ ਹੈ, ਦੋ ਚੀਜ਼ਾਂ ਬਣਦੀਆਂ ਤਾਂ ਉਹਦੇ ਵਿੱਚ ਹੀ ਅਸੀਂ ਪਲੱਸ ਸਾਈਨ ਪਾ ਕੇ ਤੇ ਦੂਸਰੀ ਚੀਜ਼ ਨੂੰ ਦਿਖਾਉਣਾ ਸੀਗਾ। ਲੇਕਿਨ ਇੱਥੇ ਇੱਕੋ ਚੀਜ਼ ਬਣੀ ਹੈ ਇਸ ਕਰਕੇ ਅਸੀਂ ਪਲੱਸ ਸਾਈਨ ਨਹੀਂ ਪਾ ਸਕੇ ਇਸ ਸਾਈਡ ਦੇ ਉੱਤੇ। ਤੇ ਜਿਹੜਾ ਐਰੋ ਦਾ ਅਸੀਂ ਦੱਸ ਹੀ ਚੁੱਕੇ ਹਾਂ ਕਿ ਡਾਇਰੈਕਸ਼ਨ ਸ਼ੋ ਕਰ ਰਿਹਾ ਕਿ ਇੱਧਰ ਨੂੰ ਜਿਹੜਾ ਕਿ ਰਿਐਕਸ਼ਨ ਗਿਆ, ਆਹ ਚੀਜ਼ ਜਿਹੜਾ ਕਿ ਬਣ ਕੇ ਸਾਹਮਣੇ ਆਈ। ਹੁਣ ਇਹਨੂੰ ਜਿਹੜਾ ਕਿ ਕੈਮੀਕਲ ਇਕੁਏਸ਼ਨ ਨੂੰ ਲਿਖਿਆ ਕਿਵੇਂ ਜਾ ਸਕਦਾ? ਹੁਣ ਇਹ ਜਿਹੜਾ ਬਾਰ-ਬਾਰ ਲਿਖਣਾ, ਜਿਸ ਤਰ੍ਹਾਂ ਮੈਂ ਦੇਖਾ ਉੱਪਰ ਆਪਾਂ ਲਿਖਿਆ ਸੀਗਾ, ਕੀ ਲਿਖਿਆ ਸੀਗਾ? ਮੈਗਨੀਸ਼ੀਅਮ ਲਿਖਿਆ ਸੀ, ਆਕਸੀਜਨ ਲਿਖਿਆ। ਹੁਣ ਸਾਨੂੰ ਇਸ ਤਰ੍ਹਾਂ ਇਹ ਤੋਂ ਬਿਲਕੁਲ ਪਤਾ ਨਹੀਂ ਲੱਗ ਰਿਹਾ ਕਿ ਮੈਗਨੀਸ਼ੀਅਮ ਕਿਸ ਤਰ੍ਹਾਂ ਦੀ ਸੀਗੀ, ਆਕਸੀਜਨ ਕਿਸ ਤਰ੍ਹਾਂ ਦੀ ਸੀਗੀ, ਔਰ ਦੂਸਰੀ ਇਹ ਗੱਲ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਇਹ ਮਤਲਬ ਕਿ ਬਾਰ-ਬਾਰ ਸਾਨੂੰ ਵੱਡਾ ਲਿਖਣਾ ਪੈ ਰਿਹਾ। ਯਾਨੀ ਕਿ ਛੋਟਾ ਨਹੀਂ ਸੀ ਲਿਖ ਰਹੇ, ਬਾਰ-ਬਾਰ ਇਹਨਾਂ ਲੈਂਥੀ ਲਿਖਣਾ ਸਾਡੇ ਲਈ ਬੜਾ ਮੁਸ਼ਕਿਲ ਹੋ ਜਾਏਗਾ। ਹੁਣ ਇਹਦੇ 'ਚ ਅਸੀਂ ਦੇਖਦੇ ਹਾਂ ਕਿ ਕੀ ਕੀਤਾ ਆਪਾਂ ਨੂੰ ਇਹਨੂੰ ਛੋਟੀ ਸ਼ਕਲ ਵਿੱਚ ਲਿਖੀਏ। ਛੋਟੀ ਸ਼ਕਲ ਯਾਨੀ ਕਿ ਕੈਮੀਕਲ ਫਾਰਮੂਲੇ ਦੀ ਸ਼ਕਲ। ਜਿਸ ਤਰ੍ਹਾਂ ਮੈਗਨੀਸ਼ੀਅਮ ਹੈ, ਮੈਗਨੀਸ਼ੀਅਮ ਦਾ ਜਿਹੜਾ ਸਿੰਬੋਲਿਕ ਰੂਪ ਹੁੰਦਾ ਯਾਨੀ ਕਿ ਉਹਦਾ ਸਿੰਬਲ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਆ?
Mg ਜਿਹੜਾ ਕਿ ਮੈਗਨੀਸ਼ੀਅਮ ਵਾਸਤੇ ਵਰਤਿਆ ਜਾਂਦਾ ਹੈ, ਤੇ ਉਹ ਕਿਹਦੇ ਵਾਸਤੇ ਹੁੰਦਾ ਹੈ? ਆਕਸੀਜਨ ਵਾਸਤੇ ਹੁੰਦਾ ਹੈ। ਤਾਂ ਹੁਣ ਮੈਗਨੀਸ਼ੀਅਮ ਤੇ ਆਕਸੀਜਨ ਮਿਲੇ ਤੇ ਮਿਲ ਕੇ ਕੀ ਬਣ ਗਿਆ ਸਾਡੇ ਕੋਲ? MgO, ਮਤਲਬ ਮੈਗਨੀਸ਼ੀਅਮ O ਤੋਂ ਮਤਲਬ ਆਕਸਾਈਡ, ਯਾਨੀ ਕਿ ਮੈਗਨੀਸ਼ੀਅਮ ਆਕਸਾਈਡ ਜਿਹੜਾ ਉਹ ਬਣ ਗਿਆ। ਇਹ ਗੱਲ ਬੜੀ ਧਿਆਨ ਨਾਲ ਜਿਹੜਾ ਕਿ ਇੱਥੇ ਦੇਖਣ ਵਾਲੀ ਹੈ, ਉਹ ਕੀ ਹੈਗੀ ਕਿ ਮੈਗਨੀਸ਼ੀਅਮ ਤੇ ਜਿਹੜਾ ਕਿ ਉਹ ਐਟਮ ਹੈ, ਯਾਨੀ ਕਿ ਇੱਕ ਪਰਮਾਣੂ ਦੀ ਸ਼ਕਲ ਦੇ ਵਿੱਚ ਹੈਗਾ, ਲੇਕਿਨ ਆਕਸੀਜਨ ਜਿਹੜਾ ਕਿ ਉਹ ਐਟਮ ਨਹੀਂ ਹੈਗਾ, ਉਹ ਕਿ ਇੱਕ ਅਣੂ ਦੀ ਸ਼ਕਲ ਦੇ ਵਿੱਚ ਹੈਗਾ, ਇੱਕ ਮੋਲੀਕਿਊਲ ਦੀ ਸ਼ਕਲ ਦੇ ਵਿੱਚ ਹੈਗਾ। ਇਸ ਤਰ੍ਹਾਂ ਕਿਉਂ ਹੈ? ਕਿਉਂਕਿ ਹਰ ਇੱਕ ਜਿਹੜਾ ਕਿ ਹੈਗੀ ਨਾ, ਜਿਹੜਾ ਵੀ ਕੋਈ ਐਲੀਮੈਂਟ ਹੁੰਦਾ ਹੈ, ਉਹ ਜਾਂ ਤੇ ਜਿਹੜਾ ਕਿ ਆ ਮੋਲੀਕੂਲਰ ਫਾਰਮ ਦੇ ਵਿੱਚ ਮਿਲਦਾ ਸਾਨੂੰ, ਤੇ ਜਾਂ ਕੀ ਆ ਅਟੋਮਿਕ ਫਾਰਮ ਦੇ ਵਿੱਚ ਮਿਲਦਾ। ਮੈਗਨੀਸ਼ੀਅਮ ਜਿਹੜਾ ਅਟੋਮਿਕ ਫਾਰਮ ਦੇ ਵਿੱਚ ਮਿਲਦਾ ਹੈ, ਠੀਕ ਹੈ ਨਾ, ਉਹ ਪਰਮਾਣੂਆਂ ਦੀ ਸ਼ਕਲ ਦੇ ਵਿੱਚ ਮਿਲਦਾ ਛੋਟੇ ਛੋਟੇ। ਇਸ ਤਰ੍ਹਾਂ ਦੀ ਆਕਸੀਜਨ ਆ, ਉਹ ਕਿਹੜੀ ਫਾਰਮ ਦੇ ਵਿੱਚ ਮਿਲਦੀ ਹੈ ਸਾਨੂੰ? ਉਹ ਹਮੇਸ਼ਾ ਮੋਲੀਕੂਲਰ ਫਾਰਮ ਦੇ ਵਿੱਚ ਮਿਲਦੀ ਹੈ। ਇਕੱਲਾ ਉਹ ਕਿਤੇ ਨਹੀਂ ਜਿਹੜਾ ਕਿ ਐਗਜ਼ਿਸਟ ਕਰਦਾ, ਉਹ ਨਹੀਂ ਹੁੰਦਾ, ਕਿਉਂਕਿ ਜਦੋਂ ਹੀ ਜਿਹੜਾ ਕਿ ਆਕਸੀਜਨ ਬਣਦੀ ਹੈ ਨਾ, ਇੱਕ ਆਕਸੀਜਨ ਦੂਜੀ ਆਕਸੀਜਨ ਨਾਲ ਮਿਲ ਕੇ ਉਸੇ ਵੇਲੇ ਹੀ ਉਹਦਾ ਅਣੂ ਬਣਾ ਲੈਂਦਾ ਹੈ। ਹੁਣ ਆਪਾਂ ਜਦੋਂ ਵਾਤਾਵਰਨ ਦੇ ਵਿੱਚ ਵੇਖਦੇ ਹਾਂ, ਤੇ ਵਾਤਾਵਰਨ ਦੇ ਵਿੱਚ ਆਕਸੀਜਨ ਹੈਗੀ ਹੈ ਨਾ, ਲੇਕਿਨ ਉਹ ਆਕਸੀਜਨ ਜਿਹੜਾ ਕਿ ਕਿਸ ਫਾਰਮ ਦੇ ਵਿੱਚ ਹੋਏਗੀ? O2 ਦੀ ਫਾਰਮ ਦੇ ਵਿੱਚ ਹੋਏਗੀ, ਇਕੱਲੇ O ਦੀ ਫਾਰਮ ਦੇ ਵਿੱਚ ਜਿਹੜਾ ਕਿ ਉਹ ਬਿਲਕੁਲ ਵੀ ਨਹੀਂ ਹੁੰਦੀ। ਤੇ ਹੁਣ ਮੈਗਨੀਸ਼ੀਅਮ ਆਕਸੀਜਨ ਨੇ ਰਿਐਕਟ ਕੀਤੀ ਤੇ ਬਣ ਗਈ ਕੀ? ਮੈਗਨੀਸ਼ੀਅਮ ਆਕਸਾਈਡ। ਹੁਣ ਇਹ 'ਚ ਅਸੀਂ ਦੇਖ ਲਈਏ ਕਿ ਇਹਦੇ 'ਚ ਪਲੱਸ ਸਾਈਨ ਪਾਇਆ ਹੈ ਕਿ ਹਾਂ ਇਹ ਦੋ ਚੀਜ਼ਾਂ ਮਿਲੀਆਂ ਨੇ, ਤੇ ਇਹ ਜਿਹੜਾ ਕਿ ਐਰੋ ਸ਼ੋ ਕਰ ਰਿਹਾ ਕਿ ਇੱਧਰ ਨੂੰ ਡਾਇਰੈਕਸ਼ਨ ਨੂੰ ਜਿਹੜਾ ਰਿਐਕਸ਼ਨ ਜਾ ਰਿਹਾ ਹੈ, ਤੇ ਇਹ ਜਿਹੜਾ ਕਿ ਸਾਡੇ ਕੋਲ ਬਣ ਕੇ ਆ ਰਿਹਾ। ਇਹ ਹੁਣ ਲੈਫਟ ਹੈਂਡ ਸਾਈਡ ਸੀਗੀ, ਤੇ ਐਰੋ ਦੂਜੇ ਪਾਸੇ ਜਿਹੜੀ ਆ ਉਹ ਕਿਹੜੀ ਹੈ? ਰਾਈਟ ਹੈਂਡ ਸਾਈਡ ਜਿਹੜਾ ਕਿ ਉਹ ਹੈਗੀ ਆ। ਲੇਕਿਨ ਇੱਕ ਗੱਲ ਬੜੀ ਹੁਣ ਧਿਆਨ ਨਾਲ ਜਿਹੜਾ ਕਿ ਦੇਖਣ ਵਾਲੀ ਹੈ ਕਿ ਕੀ ਇਹ ਸੰਤੁਲਿਤ ਹੈਗੇ ਨੇ, ਕੀ ਇਹ ਬੈਲੈਂਸ ਹੈਗੀ ਹੈ ਇਕੁਏਸ਼ਨ? ਯਾਨੀ ਕਿ ਆਪਾਂ ਰਿਐਕਟੈਂਟ ਦੇ 'ਚ ਜੇਕਰ ਦੇਖਦੇ ਹਾਂ, ਤਾਂ ਉੱਥੇ ਤੇ ਸਿਰਫ ਇੱਕ Mg ਹੈ, ਇੱਕ ਮੈਗਨੀਸ਼ੀਅਮ ਦਾ ਪਰਮਾਣੂ ਆ, ਲੇਕਿਨ ਦੂਜੇ ਪਾਸੇ ਜਿਹੜਾ ਕੀ ਆ ਉਹ ਹੈਗਾ ਆਕਸੀਜਨ। ਆਕਸੀਜਨ ਜਿਹੜਾ ਕਿ ਦੋ ਪਰਮਾਣੂਆਂ ਨੂੰ ਜਿਹੜਾ ਕਿ ਮਿਲ ਕੇ ਬਣਿਆ ਹੋਇਆ। ਪਰ ਜਦੋਂ ਰਾਈਟ ਸਾਈਡ ਦੇ ਆਪਾਂ ਦੇਖਦੇ ਹਾਂ ਪ੍ਰੋਡਕਟ, ਤਾਂ ਉਹ 'ਚ ਮੈਗਨੀਸ਼ੀਅਮ ਵੀ ਇੱਕ ਨਜ਼ਰ ਆ ਰਿਹਾ, ਤੇ ਆਕਸੀਜਨ ਵੀ ਸਾਨੂੰ ਕੀ ਨਜ਼ਰ ਆ ਰਿਹਾ? ਇੱਕ ਹੀ ਨਜ਼ਰ ਆ ਰਿਹਾ। ਇਹਦਾ ਮਤਲਬ ਇਹ ਕੀ ਆ? ਬੈਲੈਂਸ ਨਹੀਂ ਹੈਗੀ। ਇਸ ਤਰ੍ਹਾਂ ਦੀ ਜਿਹੜਾ ਕਿ ਇਕੁਏਸ਼ਨ ਜਿਹੜਾ ਇਹ ਬੈਲੈਂਸ ਨਹੀਂ ਗੀ। ਇਹ ਸਿਰਫ ਇਹ ਦੱਸ ਰਹੀ ਹੈ ਕਿ ਮੈਗਨੀਸ਼ੀਅਮ ਨੇ ਆਕਸੀਜਨ ਨਾਲ ਰਿਐਕਸ਼ਨ ਕੀਤਾ ਤੇ ਮੈਗਨੀਸ਼ੀਅਮ ਆਕਸਾਈਡ ਬਣ ਗਈ, ਲੇਕਿਨ ਇਹ ਬਿਲਕੁਲ ਸਾਨੂੰ ਜਿਹੜਾ ਕਿ ਨਹੀਂ ਦੱਸ ਰਹੀ ਕਿ ਜਿਹੜਾ ਕਿ ਜਿੰਨੇ ਮੈਗਨੀਸ਼ੀਅਮ ਉਧਰ ਸੀ ਉਨੇ ਹੀ ਉਧਰ ਨੇ, ਤੇ ਜਿੰਨੇ ਆਕਸੀਜਨ ਉਧਰ ਸੀ ਉਨੇ ਹੀ ਉਧਰ ਨੇ। ਇਸ ਗੱਲ ਬਾਰੇ ਸਾਨੂੰ ਇਹ ਕੁਝ ਨਹੀਂ ਦੱਸ ਰਹੀ, ਲੇਕਿਨ ਇਹ ਸਿਰਫ ਜਿਹੜਾ ਕਿ ਦੱਸ ਰਹੀ ਵੀ ਇਸ ਤਰ੍ਹਾਂ ਦਾ ਰਿਐਕਸ਼ਨ ਸੀਗਾ। ਇਹੋ ਜਿਹੀ ਨੂੰ ਆਪਾਂ ਇਕੁਏਸ਼ਨ ਨੂੰ ਪਤਾ ਕੀ ਕਹਿ ਦਿੰਦੇ ਆ? ਇਹੋ ਜਿਹੀ ਜਿਹੜਾ ਕਿ ਇਕੁਏਸ਼ਨ ਨੂੰ ਆਪਾਂ ਕੀ ਕਹਿੰਦੇ ਆ? ਸਕੈਲੇਟਨ ਕੈਮੀਕਲ ਇਕੁਏਸ਼ਨ। ਇਹ ਸਕੈਲੇਟਨ ਕੈਮੀਕਲ ਇਕੁਏਸ਼ਨ ਹੈ, ਇਹ ਬੈਲੈਂਸ ਨਹੀਂ ਹੈਗੀ ਅਜੇ। ਸਕੈਲੇਟਨ ਮਤਲਬ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਨਾ ਲੈਬੋਰਟਰੀ ਦੇ ਵਿੱਚ, ਇੱਕ ਸਕੈਲੇਟਨ ਇੱਕ ਕਿਸੇ ਜਿਹੜਾ ਕਿ ਬੰਦੇ ਦਾ ਰੱਖਿਆ ਹੁੰਦਾ, ਪਲਾਸਟਿਕ ਦੇ ਬਣੇ ਹੁੰਦੇ ਉਹ ਚੀਜ਼ਾਂ ਦਾ, ਤਾਂ ਆਪਾਂ ਉਹਨੂੰ ਕਹਿੰਦੇ ਹਾਂ ਹਾਂਜੀ ਆਹ ਸਕੈਲੇਟਨ ਟੰਗਿਆ ਹੋਇਆ, ਯਾਨੀ ਕਿ ਸਕੈਲੇਟਨ ਦਾ ਮਤਲਬ ਕਿ ਅਧੂਰੀ ਚੀਜ਼, ਠੀਕ ਹੈ ਨਾ। ਇਹ ਫਿਰ ਇਸੇ ਤਰ੍ਹਾਂ ਹੀ ਜਿਹੜਾ ਕਿ ਕੈਮੀਕਲ ਇਕੁਏਸ਼ਨ ਕੀ ਹੈ? ਅਧੂਰੀ ਹੈਗੀ ਹੈ, ਇਹ ਸਾਨੂੰ ਪੂਰੀ ਇਨਫੋਰਮੇਸ਼ਨ ਨਹੀਂ ਦੇ ਰਹੀ। ਤੇ ਫਿਰ ਪੂਰੀ ਇਨਫੋਰਮੇਸ਼ਨ ਕਿਸ ਤਰ੍ਹਾਂ ਸਾਨੂੰ ਜਿਹੜਾ ਕਿ ਮਿਲ ਸਕਦੀ ਹੈ? ਹੁਣ ਇਹ ਅਗਲੀ ਪਾਸੇ ਜਿਹੜਾ ਕਿ ਆ ਜਾਂਦਾ ਸਾਡੇ ਕੋਲ, ਉਹ ਕੀ ਹੈਗਾ ਕਿ ਬੈਲੈਂਸਡ ਕੈਮੀਕਲ ਇਕੁਏਸ਼ਨ। ਹੁਣ ਬੈਲੈਂਸ ਕੈਮੀਕਲ ਇਕੁਏਸ਼ਨ ਕੀ ਹੁੰਦੀ ਹੈ ਕਿ ਜਿੰਨੀਆਂ ਚੀਜ਼ਾਂ ਜਿਹੜਾ ਕਿ ਲੈਫਟ ਸਾਈਡ ਦੇ ਉੱਤੇ ਜਿਹੜਾ ਕਿ ਹੁੰਦੀਆਂ ਨੇ, ਉਨੀਆਂ ਹੀ ਜੇਕਰ ਰਾਈਟ ਸਾਈਡ ਦੇ ਉੱਤੇ ਹੋਣ, ਤੇ ਫਿਰ ਆਪਾਂ ਉਹਨੂੰ ਕੀ ਕਹਿ ਦਿੰਦੇ ਆ ਕਿ ਇਹ ਇਕੁਏਸ਼ਨ ਕੀ ਆ? ਬੈਲੈਂਸਡ ਹੈਗੀ ਆ। ਹੁਣ ਆਪਾਂ ਪਿੱਛੇ ਦੇਖਿਆ ਕਿ ਮੈਗਨੀਸ਼ੀਅਮ ਇੱਕ ਸੀ, ਮੈਗਨੀਸ਼ੀਅਮ ਇੱਕ ਸੀ, ਆਕਸੀਜਨ ਇੱਥੇ ਦੋ ਸੀਗੇ, ਲੇਕਿਨ ਇੱਥੇ ਆਕਸੀਜਨ ਇੱਕ ਸੀ, ਇਹਦਾ ਮਤਲਬ ਇਹ ਬੈਲੈਂਸ ਨਹੀਂ ਸੀਗੀ। ਤੇ ਇਹਦਾ ਜਿਹੜਾ ਕਿ ਦੋਨੋਂ ਸਾਈਡ ਇਹਦਾ ਭਾਰ ਜਿਹੜਾ ਕਿ ਇਧਰਲੇ ਪਾਸੇ ਜਿਹੜਾ ਕਿ ਜ਼ਿਆਦਾ ਸੀਗਾ, ਇਹਦਾ ਮਾਸ ਤੇ ਇਹਦਾ ਮਾਸ ਮਿਲ ਕੇ ਜ਼ਿਆਦਾ ਮਾਸ ਸੀਗਾ, ਇਹਦਾ ਮਾਸ ਜਿਹੜਾ ਕਿ ਜੋ ਪ੍ਰੋਡਕਟ ਬਣਿਆ ਇਹਦਾ ਮਾਸ ਘੱਟ ਸੀਗਾ। ਇਸ ਤਰ੍ਹਾਂ ਮਤਲਬ ਕਦੀ ਵੀ ਕੈਮੀਕਲ ਰਿਐਕਸ਼ਨ ਦੇ ਵਿੱਚ ਨਹੀਂ ਹੁੰਦਾ। ਕੈਮੀਕਲ ਰਿਐਕਸ਼ਨ ਦੇ ਵਿੱਚ ਜਿਹੜਾ ਕੀ ਹੁੰਦਾ ਹੈ ਕਿ ਜਿੰਨਾ ਮਾਸ ਜਿਹੜਾ ਰਿਐਕਟੈਂਟ ਦਾ ਹੁੰਦਾ ਹੈ, ਕਿ ਜਿੰਨਾ ਭਾਰ ਜਿਹੜਾ ਕਿ ਰਿਐਕਟੈਂਟ ਦਾ ਹੁੰਦਾ ਹੈ, ਉਨਾ ਹੀ ਭਾਰ ਜਿਹੜਾ ਕਿ ਆ ਰਾਈਟ ਸਾਈਡ ਦੇ ਉੱਤੇ ਜਿਹੜੇ ਪ੍ਰੋਡਕਟ ਬਣਿਆ ਉਹਦਾ ਵੀ ਭਾਰ ਕੀ ਹੁੰਦਾ ਹੈ? ਉਨਾ ਹੀ ਹੁੰਦਾ। ਹੁਣ ਆਪਾਂ ਬੈਲੈਂਸ ਜਿਹੜਾ ਕਿ ਕੈਮੀਕਲ ਇਕੁਏਸ਼ਨ ਦੇ ਜਿਹੜਾ ਕਿ ਦੇਖ ਰਹੇ ਸੀ ਕਿ ਬੈਲੈਂਸ ਕੈਮੀਕਲ ਇਕੁਏਸ਼ਨ ਦੇ ਵਿੱਚ ਜਿਸ ਤਰ੍ਹਾਂ ਦੇਖਦੇ ਹਾਂ ਆਪਾਂ ਕਿ ਇਹ ਦਿੱਤੀ ਹੋਈ ਹੈ ਸਾਡੇ ਕੋਲ ਜ਼ਿੰਕ ਪਲੱਸ ਸਲਫਿਊਰਿਕ ਐਸਿਡ ਦਿੱਤਾ ਹੈ, ਤੇ ਜ਼ਿੰਕ ਸਲਫੇਟ ਦੇ ਨਾਲ ਜਿਹੜਾ ਕਿ ਹਾਈਡਰੋਜਨ ਜਿਹੜਾ ਉਹ ਬਣਦਾ। ਬਿਲਕੁਲ ਆਪਾਂ ਦੇਖਦੇ ਹਾਂ ਇਹ ਕੀ ਸਾਡੇ ਕੋਲ ਦਿੱਤੀ ਹੈ? ਵਰਡ ਇਕੁਏਸ਼ਨ ਜਿਹੜਾ ਕਿ ਇੱਕ ਦੇ ਦਿੱਤੀ ਹੈ ਕਿ ਜ਼ਿੰਕ ਮਿਲਿਆ ਸਲਫਿਊਰਿਕ ਐਸਿਡ ਦੇ ਨਾਲ, ਤੇ ਸਾਡੇ ਕੋਲ ਬਣ ਕੀ ਗਿਆ? ਜ਼ਿੰਕ ਸਲਫੇਟ, ਤੇ ਨਾਲ ਕੀ ਬਣਿਆ ਸਾਡੇ ਕੋਲ? ਹਾਈਡਰੋਜਨ। ਹੁਣ ਇੱਥੇ ਆਪਾਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਦੇਖ ਸਕਦੇ ਹਾਂ ਕਿ ਲੈਫਟ ਸਾਈਡ ਦੇ ਤੇ ਰਿਐਕਟੈਂਟ ਦੇ ਵਿੱਚ ਦੋ ਚੀਜ਼ਾਂ ਸੀਗੀਆਂ,
प्लस का साइन पिया होया उन्हां दोनों दे विच, ते राइट साइड ते जिहड़ियां बणीਆਂ ने प्रोडक्ट है उन्हां दे विच भी जिहड़ा 2 चीज़ां बणीਆਂ ने, ते देखो उत्थे भी एक प्लस का साइन पिया होया। लेकिन ये सीगी साडे कोल वर्ड इक्वेशन, सानू वर्ड इक्वेशन दे नाल जिहड़ा कि नहीं चाहिदी, सानू ते चाहिदी किहड़ी सीगी कि सिंबॉलिकल फॉर्म दे विच, सिंबल फॉर्म दे विच, मतलब कि जिन्हों असीं आसानी नाल जिहड़ा कि लिख सकीए, क्योंकि इस तरह लिखना बहुत मुश्किल है और फिर पूरा पता भी नहीं लगता भी किहड़े किहड़े किन्ने किन्ने जिहड़ा कि मतलब एलीमेंट हैगे। जिस तरह सल्फ्यूरिक एसिड देख लीए तो H2SO4 हुंदा है, लेकिन सल्फ्यूरिक एसिड लिखिया है तो सानू पता तो नहीं ना लगता कि उहदे च H दे 2 ने, S दा 1 है सल्फर दा और ऑक्सीजन दे 4 ने, ये सानू नहीं पता लगता। हुण आपां देख रहे हैं कि ਇਹਦੇ 'ਚ ਸਾਨੂੰ ਜਿਹੜਾ ਇਸ ਇਕੁਏਸ਼ਨ ਦੇ 'ਚ ਬਿਲਕੁਲ ਪਤਾ ਲੱਗ ਰਿਹਾ ਹੈ ਕਿ ਜਿਹੜਾ Zn ਹੈ, Zn ਮਤਲਬ ਜ਼ਿੰਕ ਹੈ, ਪਲੱਸ H2SO4 ਇਹ ਸਲਫਿਊਰਿਕ ਐਸਿਡ ਹੈ। ਸਲਫਿਊਰਿਕ ਐਸਿਡ ਤੇ ਜਦੋਂ ਜ਼ਿੰਕ ਮਿਲਦੇ ਨੇ ਤੇ ਕੀ ਬਣਦਾ ਸਾਡੇ ਕੋਲ ZnSO4, ਯਾਨੀ ਕਿ ਜ਼ਿੰਕ ਸਲਫੇਟ। ਆ Zn ਜ਼ਿੰਕ ਤੇ SO4 ਹੁੰਦਾ ਸਲਫੇਟ ਆਇਨ, ਇਹਦਾ ਮਤਲਬ ਜ਼ਿੰਕ ਤੇ ਸਲਫੇਟ ਆਇਨ ਮਿਲ ਕੇ ਬਣ ਗਿਆ ਜ਼ਿੰਕ ਸਲਫੇਟ, ਤੇ ਨਾਲ ਜਿਹੜਾ ਕਿ ਸਾਡੇ ਕੋਲ ਕੀ ਬਣ ਰਹੀ ਹੈ, ਹਾਈਡਰੋਜਨ ਗੈਸ ਜਿਹੜਾ ਕਿ ਉਹ ਬਣ ਰਹੀ ਹੈ। ये साढ़े को हम देखिए कि बैलेंस हैगी है, सानू ये चेक करना चाहिए। चलो चेक करते, चेक करके देख लेंगे बैलेंस हैगी या नहीं हैगी। हुण लैफ्ट साइड देते देखो आ रेक्टेंट की गल कर रहे हैं लैफ्ट हैंड साइड देते, और इत्थे आपां किहदी गल कर रहे हैं, राइट हैंड साइड दे जिहड़ा कि प्रोडक्ट की जिहड़ा कि गल कर रहे हैं। हुण Zn यानी कि जिंक जिहड़ा कि वो एक एटम जिहड़ा कि मतलब हैगा रिएक्टेंट दे विच, ते जे प्रोडक्ट दे विच वेखिए हुण रिएक्टेंट ते जिंक इक्को ही है, तो प्रोडक्ट जिहड़ा कि देखिए तो उत्थे भी जिंक इक्को ही है। हाइड्रोजन रिएक्टेंट दे विच किन्ने ने, 2 ने, ते जदों प्रोडक्ट दे विच हाइड्रोजन जाइए तो उत्थे भी किन्ने ने, 2 ने। हुण सल्फर की गल करिए तो सल्फर तो जिहड़ा रिएक्टेंट दे विच किन्ना है, 1 है, और जो राइट हैंड साइड ते जिहड़ा कि जाइए प्रोडक्ट दे विच तो सल्फर उत्थे भी किन्ना है, 1 ही है। हुण लास्ट ते गल रह गई साडे कोल ऑक्सीजन दी। ऑक्सीजन इत्थे किन्ने ने, 4 ने, और जो रिएक्टेंट जिहड़ा कि 4 ने, तो प्रोडक्ट दे देखिए तो उत्थे भी किन्ने ने साडे कोल, 4 ने। सो ਇਹਦਾ मतलब ये फिर की है, एक बैलेंस्ड इक्वेशन, यानी कि बैलेंस्ड कैमिकल इक्वेशन है। ਆਪਾਂ ऑलरेडी की है बैलेंस कैमिकल इक्वेशन हैगी है। जिस तरह ਆਪਾਂ ਉੱਪਰ ਦੇਖਿਆ ਸੀ ਕਿ ਨਾ मैग्नीशियम ਜਿਹੜਾ कि ऑक्साइड ਦੀ, तो मैग्नीशियम तो ऑक्सीजन की ये बैलेंस नहीं सी हैगी, लेकिन ये इक्वेशन जिहड़ा कि मतलब कि जिंक ते सल्फ्यूरिक एसिड की जिहड़ी बनी है, जिहड़ा कि रिएक्शन तो जिंक सल्फेट ते हाइड्रोजन बनी है, ये की है साडे कोल एक बैलेंस कैमिकल इक्वेशन हैगी है। हुण असीं देखदे हां कि ये सारियां ते बैलेंस होणगियां नहीं, इस तरह कई जिहड़ा कि ऑलरेडी बैलेंस होणगियां, लेकिन कई जिहड़ा कि नहीं बैलेंस होणगियां। हुण जिस तरह ये ते जिहड़ा कि जिंक वाली ते सीगी, जिंक सल्फेट वाली ये तो बैलेंस सीगी, लेकिन अगे देखते हैं एक होर इक्वेशन दी हुई है सानू साडे कोल, उहदे विच की है कि आयरन जिहड़ा कि उहदा रिएक्शन दिता गया है वाटर दे नाल, यानी कि वाटर जिहड़ा कि है, क्योंकि आयरन जिहड़ा उसका रिएक्ट नहीं करता वाटर दे नाल, सानू वाटर किसी होर ही शक्ल च लैनी पैंदी है, स्टीम की शक्ल दे भाप की शक्ल दे हुंदी। ते आयरन जिहड़ा कि वो इस तरह मतलब स्टीम दे नाल रिएक्ट करके की बना रहा साडे कोल, मतलब आयरन ऑक्साइड बना रहा है, ते नाल जिहड़ा कि साडे कोल की बन रहा है, हाइड्रोजन जिहड़ा कि बन रही है। हुण चेक करते हैं कि ये जिहड़ा कि बैलेंस हैगी है या नहीं हैगी। हुण देखिए इधर आयरन कितना है, Fe मतलब क्या, फेरस या फेरिक हुंदा है, इनू आपां की कहने हैं, ये आयरन दा हुंदा है। आयरन जिहड़ा कि इधर 1 है, Fe आयरन वास्ते यूज़ किया जाता है। इत्थे Fe जिहड़ा कि आयरन दे किन्ने ने, 3 ने। हुण इधर जिहड़ा कि हाइड्रोजन दे किन्ने ने, 2 ने। इधर भी हाइड्रोजन दे किन्ने ने, 2 ने। इत्थे ऑक्सीजन दा किन्ना है, 1 है, लेकिन इत्थे जिहड़ा दूसरी साइड दिते है प्रोडक्ट दे च, उत्थे ऑक्सीजन दे किन्ने ने, 4 ने। इत्थे फिर बैलेंस नहीं है। हुण सब तो पहला जिहड़ा कि आपां देखदे हां कि इहनूं बैलेंस किस तरह कर सकदे हां। चलो इनू बैलेंस करने की कोशिश करते हैं, तो किहड़े-किहड़े स्टैप ने जिहड़ा कि सानू चाहिए ने कि जेकर आपां किसी कैमिकल जिहड़ा इक्वेशन नू मतलब बैलेंस करना है, तो सानू किहड़े-किहड़े स्टैप जिहड़ा वो ध्यान दे विच रखने, स्टैप्स किस तरह ने वो जिहड़ा देखदे हां। हुण सब तो पहली गल तां इह है कि आपां की करदे हां कि जिहड़ी भी चीज़ दित्ती है रिएक्टेंट दी और प्रोडक्ट दे विच जो भी चीज़ां दित्तियां, जिस तरह मतलब इत्थे की दिता, आयरन दिता Fe, और जिहड़ा कि नाल की दिता सी H2O, और इधरले पासे की है Fe3O4, ते नाल की दिता सीगा H2। इन्हां सारिਆਂ ਨੂੰ ਜਿਹੜਾ कि आपां स्क्वायर बॉक्सिस ਦੇ ਵਿੱਚ ਜਿਹੜਾ कि या रैक्टेंगुलर बॉक्सिस ਦੇ ਵਿੱਚ ਰੱਖ देने, यानी कि स्क्वायर या रैक्टेंगल बने हुए ने, यानी कि बॉक्स ਦੇ ਵਿੱਚ ਅਸੀਂ ਰੱਖ देना। बई ये बॉक्स ਦੇ ਵਿੱਚ ਅਸੀਂ ਰੱਖਦੇ ਕਿਉਂ ਆ, ਇਹਦਾ ਕਾਰਨ ਕੀ ਹੈ बॉक्स ਦੇ ਵਿੱਚ ਰੱਖਣ ਦਾ, मतलब कारण ये है कि आपां
ਆਪਾਂ ਇਹ ਨਾ ਕਿਤੇ ਕਰ ਦਈਏ ਕਿ ਇੱਥੇ Fe ਦੇ ਥੱਲੇ 2 ਲਗਾ ਦਈਏ, ਯਾਨੀ ਕਿ Fe2 ਲਿਖ ਦਈਏ ਤੇ ਉਹਦਾ ਫਾਰਮੂਲਾ ਹੀ ਅਸੀਂ ਚੇਂਜ ਕਰ ਦਈਏ, ਜਾਂ ਇੱਥੇ ਜਿਹੜਾ ਕਿ ਜਦੋਂ ਬੈਲੈਂਸ ਕਰਨ ਲੱਗੇ H2 ਤੇ ਜਿਹੜਾ ਕਿ ਉਹਦੇ ਨਾਲ ਵੀ ਕਿਤੇ 2 ਥੱਲੇ ਲਗਾ ਦਈਏ ਇਹਦੇ ਪੈਰਾਂ ਦੇ ਵਿੱਚ ਤੇ H2O2 ਬਣਾ ਦਈਏ। ਨਹੀਂ, ਆਪਾਂ ਇਸ ਤਰ੍ਹਾਂ ਨਹੀਂ ਕਰ ਸਕਦੇ, ਆਪਾਂ ਨੂੰ ਇਹ ਬਿਲਕੁਲ ਨਹੀਂ ਕਰਨਾ ਹੈ। ਇਸੇ ਕਰਕੇ ਆਪਾਂ ਜਿਹੜਾ ਦਿੱਤੇ ਨੇ ਨਾ ਐਲੀਮੈਂਟ ਜਾਂ ਕੰਪਾਊਂਡ ਜੋ ਵੀ ਨੇ, ਇਹਨਾਂ ਦੇ ਆਲੇ ਦੁਆਲੇ ਬਾਕਸ ਬਣਾ ਦਿੱਤਾ ਹੈ ਕਿ ਇਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ। ਇਹਨਾਂ ਦੇ ਅੱਗੇ ਨੰਬਰ ਲਗਾ ਸਕਦੇ ਹਾਂ, यानी कि 1 2 3 4 या ये अगे भी 1 2 3 पर कुछ भी एनीथिंग एनी नंबर ये अगे भी कोई नंबर लगा सकते हैं, ये अगे भी नंबर लगा सकते हैं, लेकिन इन्हों होर कुछ नहीं लिख सकते। जे H2 है तो H2 ही रहेगा, ये Fe3O4 है Fe3O4 ही रहेगा, ये H2O H2O ही रहेगा, ये जेकर Fe है तो Fe ही रहेगा। सो पहला स्टैप जिहड़ा कि आपां कीता, इहदे च आपां की कीता कि उन्हां दे आले दुआले बॉक्सेस जिहड़ा कि ओह बना लए। ਹੁਣ दूसरा स्टैप की है, जो आप कैमिकल इक्वेशन सॉल्व करना है, उन्होंने बैलेंस करने की कोशिश करनी है, तो जो दूसरा स्टैप जो आता है वो ये आता है कि देखो आप देखते हैं कि रिएक्टेंट किन्ने ने और प्रोडक्ट किन्ने ने, इन्हों की गिनती करिए। हुण जिस तरह Fe है, ये किन्ने ने, एक है रिएक्टेंट दे, और इधर च प्रोडक्ट च देखते तो कितने ने, 3 ने। इस तरह H जिहड़ा कि हाइड्रोजन है, इधर H किन्ने ने, 2 ने, तो इधर H किन्ने ने, इधर भी 2 ने। इधर ऑक्सीजन कितना है, 1 है, हाँ देखिए 1 है रिएक्टेंट दे, तो इधर ऑक्सीजन किन्ने ने, 4 ने। इसका मतलब बैलेंस नहीं हैगी, तो बैलेंस सानू ये करना पेगा। पहला सानू ये सैकेंड स्टैप ये मिल गया कि ये किन्ने जिहड़ा कि रिएक्टेंट ते प्रोडक्ट दे विच जिहड़ा किन्ने आयरन ने, किन्ने हाइड्रोजन ने, ते किन्ने ऑक्सीजन ने। सानू इन्हां चीज़ां दा जिहड़ा कि वो पता लग गया। हुण स्टैप 3 की है, स्टैप 3 जिहड़ा कि उस जिहड़ा कि देखते हैं, ये हुण आपां इहनूं सॉल्व करना शुरू करना है कि आपां जिहड़ा पता की करना है, जिस तरह इक्वेशन सी इन्हां दे अगे नंबर लगाने हैं ताकि आपां जिहड़ा कि इन्हां नूं बैलेंस कर सके। की हो सकते हैं 1 2 3 4 कुछ भी एनी नंबर हो सकते हैं, और किसी दे अगे भी लग सकते हैं ताकि इहनूं बैलेंस किया जा सके। हुण पर बैलेंस किस तरह करना है आपां, सब तो पहला जिहड़ा कि ना आम तौर दे उत्ते जिहड़ा कि सब तो सौखा जिहड़ा कि कन्वीनियंट जिहड़ा कि तरीका इहनूं सॉल्व करन दा, उहदे च आपां देखदे हैं कि जिहड़ी सब तो ज़्यादा होण, यानी कि रिएक्टेंट या प्रोडक्ट दोनों दे किसी च भी वेख लईए, मतलब लैफ्ट हैंड साइड या राइट हैंड साइड दे उत्ते जिहड़े सब तो ज़्यादा एटम ने उन्होंने सब तो पहला सॉल्व करन दी कोशिश करिए। हुण इहदे च सब तो ज़्यादा किहड़े ने, यानी कि इहदे च देखिया जावे तो किहड़े सीगे साडे कोल 4 सीगे, यानी कि रिएक्टेंट च भी प्रोडक्ट च भी सब तो ज़्यादा किहदे 4 है, यानी कि 4 ने, एक किहदे ने ऑक्सीजन दे। हुण इत्थे ते 4 ने, यानी कि इस जगह ते 4 ने। हुण आपां इधरले पासे भी जिहड़ा कि 4 जिहड़ा कि ऑक्सीजन बनाउण दी कोशिश करनी है, ते 4 बनाउण वास्ते सानू की करना पेगा, इहदे अगे की लगाना पेगा, H2O दे अगे जिहड़ा कि नंबर किहड़ा लगाना पेगा, 4, क्योंकि जेकर असीं 4 नंबर लगावांगे तो 4 ऑक्सीजन ये हो जाएगा। देखिए आपां देखो इहदा कि रिएक्टेंट दे विच की लगा दिता है कि जिहड़ा H2O सीगा उहनूं काहदे नाल जिहड़ा कि मल्टीप्लाई कर दिता है 4 दे नाल, क्योंकि इत्थे आयरन ऑक्साइड सी जिहड़ा सीगा वो च ऑलरेडी जिहड़ा कि ऑक्सीजन 4 सीगा, लेकिन इत्थे 1 सीगा, आपां 4 नाल मल्टीप्लाई कर दिता। सो पहला आपां किन्नू इत्थे सॉल्व कीता है, आपां ऑक्सीजन नूं जिहड़ा कि सॉल्व कीता है, ऑक्सीजन नूं जिहड़ा कि पूरा करन दी कोशिश जिहड़ा ओह कीती है। हुण ऑक्सीजन जिहड़ा कि आपां देखो इहदे विच 4 जिहड़ा कि लगाता 4, इहदा 4 ऑक्सीजन जिहड़ा कि हो गए, क्योंकि इधर 4 ऑक्सीजन सीगे ते इधर भी जिहड़ा कि 4 ऑक्सीजन जिहड़ा कि वो हो गए। हुण इस तो बाद अगले स्टैप 'च देखिए भी सब तो ज़्यादा किहड़े ने। हुण ये जे 4 लगाया तो H2 4 टाइम्स हो गया, H2 4 टाइम्स मतलब जिहड़ा कि 8 हो गया, यानी कि 8 हाइड्रोजन हो गए। हुण अगले स्टैप दे विच जिहड़ा कि साडे कोल किन्ने मिले सीगे, 8 हाइड्रोजन जिहड़ा कि वो मिल रहे ने, लेकिन इस साइड दे उत्ते प्रोडक्ट दे किन्ने ने, सिर्फ 2 ने। ते आपां 8 पूरे करने, क्योंकि हुण सब तो ज़्यादा वड्डा नंबर किहड़ा सानूं नज़र आ रहा 8, यानी कि 8 जिहड़ा कि वो नज़र आ रहा। हुण 8 ते इधर ते हैगे सीगे हाइड्रोजन दे, लेकिन इधर किन्ने ने, सिर्फ 2 ने। ते आपां जेकर इहनूं 4 ना इत्थे लिख दईए, इत्थे 4 जिहड़ा कि लगा दईए H2 दे अगे, तो ये किन्ना बन गया साडे कोल 4H2, यानी कि ये भी 8 हो जाएगा। तो साडे कोल 2 चीज़ां हुण बैलेंस हो चुकियां ने। पहला बैलेंस किहड़ी हो चुकी सीगी, ऑक्सीजन बैलेंस कीती सीगी, उस तो बाद हाइड्रोजन सब तो ज़्यादा सीगे, उन्हां नूं बैलेंस कर दिता। हुण हाइड्रोजन जिहड़ा कि वो भी बैलेंस हो गया। तो उस तो बाद जिहड़ा कि अगला स्टैप जिहड़ा कि आया, उहदे च साडे कोल किहड़ी चीज़ बाकी बच गई सीगी, देखिए हाइड्रोजन भी जिहड़ा कि आपां 4 लगा के बैलेंस कर लिया सीगा।
ਤੇ ਇਹਦੇ ਵਿੱਚ ਜਿਹੜਾ ਕਿ ਉਹ ਪਹਿਲਾਂ ਆਕਸੀਜਨ ਬੈਲੈਂਸ ਕਰ ਲਿਆ ਸੀਗਾ ਤੇ ਹੁਣ ਕੱਲਾ ਰਹਿ ਗਿਆ ਕਿਹੜਾ ਆਇਰਨ। ਆਇਰਨ ਜਿਹੜਾ ਕਿ ਉਹਨੂੰ ਬੈਲੈਂਸ ਕਰਨਾ ਯਾਨੀ ਕਿ Fe। ਹੁਣ Fe ਜਿਹੜਾ ਪ੍ਰੋਡਕਟ ਦੇ ਵਿੱਚ ਕਿੰਨਾ ਸੀਗਾ ਸਾਡੇ ਕੋਲ 3 ਸੀਗਾ, ਲੇਕਿਨ ਰਿਐਕਟੈਂਟ ਦੇ ਵਿੱਚ ਕਿੰਨਾ ਸੀਗਾ ਉਹ ਇਕੱਲਾ ਹੀ ਸੀਗਾ। ਤੇ ਆਪਾਂ ਕੀ ਕੀਤਾ 3 ਨਾਲ ਇਹਨੂੰ ਮਲਟੀਪਲਾਈ ਕੀਤਾ ਤੇ ਹੁਣ ਇੱਥੇ ਵੀ Fe ਦੇ ਵੀ ਕਿੰਨੇ ਹੋ ਗਏ 3 ਜਿਹੜਾ ਕਿ ਹੋ ਗਏ ਤੇ ਹੁਣ ਜਿਹੜੀ ਪਰਫੈਕਟਲੀ ਕੀ ਹੋ ਗਈ ਆ ਬੈਲੈਂਸ ਹੋ ਗਈ ਹੈ। ਹੁਣ ਦੇਖ ਲਈਏ 3 Fe ਤੇ ਰਾਈਟ ਸਾਈਡ ਦੇ ਤੇ ਪ੍ਰੋਡਕਟ ਵੀ 3 Fe। ਜੇਕਰ ਜਿਹੜਾ ਕਿ 4 into 2 8 ਹਾਈਡਰੋਜਨ ਤੇ ਇਧਰ ਹੀ 4 into 2 8 ਹਾਈਡਰੋਜਨ ਹੋ ਗਏ। ਇੱਥੇ 4O ਯਾਨੀ ਕਿ 4 ਆਕਸੀਜਨ ਹੋ ਗਏ, ਇੱਥੇ ਵੀ O4 ਯਾਨੀ ਕਿ 4 ਆਕਸੀਜਨ ਹੋ ਗਏ। ਇਹਦਾ ਮਤਲਬ ਕਿ ਸਾਰੀ ਹੁਣ ਇਹ ਕੀ ਹੋ ਚੁੱਕੀ ਆ ਬੈਲੈਂਸ ਹੋ ਚੁੱਕੀ ਹੈ। ਸੋ ਰੂਲ ਕਿਹੜਾ ਇੱਥੇ ਅਪਲਾਈ ਕੀਤਾ, ਰੂਲ ਇਹ ਅਪਲਾਈ ਕੀਤਾ ਕਿ ਜਿਹੜੇ ਨੰਬਰ ਸਭ ਤੋਂ ਜ਼ਿਆਦਾ ਹੋਣ ਜਿਨ੍ਹਾਂ ਦੀ ਗਿਣਤੀ ਕੀ ਆ ਮਤਲਬ ਸਭ ਤੋਂ ਜ਼ਿਆਦਾ ਹੋਣ ਮਤਲਬ ਕਿ ਐਲੀਮੈਂਟ ਦੀ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਕਿ बैलेंस करना है। इस तरह से बैलेंस करते चले जाना है। ये देखना कि दोनों साइड ते यानी कि प्रोडक्ट और रिएक्टेंट दोनों साइड देखना भी किहड़ा ज़्यादा है उन्होंने जिहड़ा कि सॉल्व करने की कोशिश करनी है, दोनों साइड ते बराबर करने की कोशिश करनी है। तो इस तरह जिहड़ा कि असीं गां गां बैलेंस करते चले जावांगे। ਹੁਣ ਇਹ ਤੇ ਹੋ ਗਿਆ ਸਾਡੇ ਕੋਲ ਇਹ ਪੂਰੀ ਜਿਹੜਾ ਕਿ ਬੈਲੈਂਸ ਜਿਹੜਾ ਕਿ ਜੇਕਰ ਇੱਥੇ ਦੇਖੀਏ ਤਾਂ ਹੁਣ ਇਹ ਬੈਲੈਂਸ ਹੈ। ਇਹਦੇ ਵਿੱਚ ਜਿਹੜਾ ਕਿ ਮਤਲਬ ਕਿ ਸਾਰੇ ਦੀ ਸਾਰੀਆਂ ਚੀਜ਼ਾਂ ਜਿਹੜਾ ਕਿ ਜਿੰਨੇ ਮਤਲਬ ਕਿ ਮਾਸ ਇੱਧਰ ਦਾ ਸੀਗਾ ਔਰ ਇਹਦਾ ਜਿਹੜਾ ਕਿ ਪ੍ਰੋਡਕਟ ਦਾ ਮਾਸ ਹੈ ਉਹ ਜਿਹੜਾ ਕਿ ਆਪਸ ਦੇ ਵਿੱਚ ਜਿਹੜਾ ਕਿ ਉਹ ਬਰਾਬਰ ਹੈ। ਜਿਹੜਾ ਕਿ ਇਹ ਮੈਥਡ ਜਿਹੜਾ ਕਿ ਨਾ ਬੈਲੈਂਸਿੰਗ ਜਿਹੜਾ ਕੈਮੀਕਲ ਇਕੁਏਸ਼ਨ ਦਾ ਇਹਨੂੰ ਆਪਾਂ ਕਿਹੜਾ ਮੈਥਡ ਕਹਿੰਦੇ ਆ, ਇਹਨੂੰ ਹੀਟ ਐਂਡ ਟਰਾਇਲ ਮੈਥਡ ਜਿਹੜਾ ਕਿ ਮਤਲਬ ਅਸੀਂ ਕਹਿ ਦਿੰਦੇ ਆ। मेक इट ट्रायल्स टू बैलेंस मतलब कि ट्राई किया तो बैलेंस करने की जिहड़ा कि कोशिश की तो उत्थे कोई ना कोई नंबर पाया तो जिहड़ा कि असीं इस तरह किया गा। होर भी जिहड़ा कि मैथड ने लेकिन वो इत्थे जिहड़ा कि मतलब साडी क्लास दे विच सिर्फ इहो है कि हीट एंड ट्रायल जिहड़ा कि वो दिता है। अगला की चीज़ आ जाती साडे कोल राइटिंग सिंबल्स ऑफ फिजिकल स्टेट्स मतलब कि हुण अगला स्टैप आ गया। हुण सानू ये नहीं पता लग रहा सीगा कि इत्थे रिएक्टेंट ते प्रोडक्ट जिहड़ा कि शक्ल किस दे विच ने। हुण जिस तरह गैस होवे तो आपां नूं की लिख सकते हैं जी दे नाल लिख सकते हैं, मतलब लिक्विड होवे तो एल दे नाल लिख सकते हैं। तो जेकर उत्थे घोल होवे यानी कि एक्वस एक्वस मतलब किसी चीज़ का घोल होवे तो ए क्यू लिख सकते हैं, जे सॉलिड होवे तो एस जिहड़ा कि लिख सकते हैं। ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਇਹ ਬਣਿਆ ਆਇਰਨ ਕਿਹੜੀ ਸ਼ਕਲ ਦੇ ਸੀਗਾ S ਮਤਲਬ ਕਿ ਸੋਲਿਡ ਦੀ ਸ਼ਕਲ ਦੇ ਸੀਗਾ। ਹੁਣ ਇੱਥੇ H2O ਜਿਹੜਾ ਕਿ ਪਾਣੀ ਸੀ ਮਤਲਬ ਕਿ ਵਾਟਰ ਸੀਗਾ ਉਹ ਕਿਹੜੀ ਸ਼ਕਲ ਦੇ ਸੀਗਾ ਸਟੀਮ ਦੀ ਸ਼ਕਲ ਦੇ ਗੈਸ ਹੈ। ਹੁਣ ਇਹ ਬੜੇ ਧਿਆਨ ਰੱਖਣ ਵਾਲੀ ਗੱਲ ਹੈ ਕਿਉਂਕਿ ਜੇਕਰ ਆਪਾਂ ਆਇਰਨ ਉਸ ਤਰ੍ਹਾਂ ਲੈਂਦੇ ਤਾਂ ਉਹਨੂੰ ਆਈਸ ਨਾਲ ਰਿਐਕਟ ਕਰਾਉਣ ਦੀ ਕੋਸ਼ਿਸ਼ ਕਰਦੇ ਤਾਂ ਰਿਐਕਟ ਹੋਣਾ ਹੀ ਨਹੀਂ ਸੀਗਾ। ਇਸੇ ਤਰ੍ਹਾਂ ਜਿਹੜਾ ਕਿ ਆਇਰਨ ਨੂੰ ਆਪਾਂ ਕੋਸ਼ਿਸ਼ ਕਰਦੇ ਕਿ ਜੇਕਰ ਉਹ मतलब पानी के नाल रिएक्ट कर रहे थे फिर भी नहीं होना। फिर आयरन वास्ते की चाहिए रिएक्शन कराने वास्ते ये स्टीम की शक्ल दे चाहिए सीगा यानी कि गैस की शक्ल दे। सो ये बड़ा जरूरी हो जाता सानू ये लिखना इन्हां चीज़ों नूं कि हाँ ये किस तरह का रिएक्शन जिहड़ा कि होया। इस तरह जिहड़ा कि H2O जिहड़ा कि गैस नाल रिएक्ट करके अगे की बनया Fe3O4 यानी कि आयरन जिहड़ा कि ऑक्साइड बनया ये सॉलिड की शक्ल सी ते जिहड़ा अगे हाइड्रोजन बनी वो किहड़ी शक्ल दे विच सीगी गैस की शक्ल दे विच सीगी। सो सानू इस तो पता लग गया कि सारिया चीज़ां जिहड़ा कि जिहड़ा जी लिखना या एल लिखना एक्वस लिखना या सॉलिड लिखना ये सानू दी स्टेट बारे दसदा भी वो किहड़ी शक्ल दे विच हैगा सीगा सॉलिड सी लिक्विड सी गैस सी कोल्ड सी की सीगा वो उहदे बारे सानू ये इन्फॉर्मेशन जिहड़ा कि मिलती है इस कैमिकल इक्वेशन दे तो। लेकिन भी जिहड़ा कि कई चीज़ां जिहड़ा कि बाकी ने जिस तरह कई चीज़ां मतलब कि ना सानू पता लगता है भी किहड़े टैंपरेचर ते हो रहा सी किन्ना कुछ उत्थे जिहड़ा कि प्रैशर होना चाहिए सी या उहदे विच किहड़ी चीज़ असीं पाई कैटलिस्ट कैटलिस्ट मतलब जिहड़ा रिएक्शन नूं तेज कर दे। कैटलिस्ट वो चीज़ां हुंदियां ने जिहड़ियां कि आप ते रिएक्शन नहीं करदियां किसी नाल भी लेकिन उन रिएक्शन नूं बड़ा तेज कर दिंदियां ने। इहो जी चीज़ां नूं आपां की कहने आ कैटलिस्ट कहने आ। ते कैटलिस्ट किहड़ा पाया सीगा विच ताकि रिएक्शन जिहड़ा कि हौली हौली ना होवे तेज होवे ते इहो जी नूं आपां की कह सकदे कैटलिस्ट भी जिहड़ा कि पाया हो सकदा। ठीक है ना। सो इत्थे की है जिस तरह कार्बन मोनोक्साइड CO मतलब कि कार्बन मोनोक्साइड गैस है और इनू गैस में जिहड़ा कि हाइड्रोजन जिहड़ा कि गैस के नाल आपां रिएक्ट किया तो रिएक्ट करके की बन जाता है इत्थे मिथाइल अल्कोहल मैथनॉल जिहड़ी की वो बन जाती लिक्विड बन जाता यानी कि ना दो गैसियस स्टेट दे जिहड़ा बन के आउंदा वो की हुंदा लिक्विड हुंदा। पर इहदे वास्ते मतलब प्रैशर पता कितना चाहिए 340 एटमॉस्फेरिक प्रैशर चाहिए जिन्ना कि जिहड़ियां गैसां ने ना हुण बाहर वातावरण दे विच सानूं पता है कि जिहड़ियां बाहर गैसां ने वातावरण
वातावरण 'ਚ ਉਹ ਸਾਡੇ ਉੱਤੇ ਪ੍ਰੈਸ਼ਰ ਪਾਉਂਦੀਆਂ ਨੇ, ਹਰ ਚੀਜ਼ ਦੇ ਉੱਤੇ ਪ੍ਰੈਸ਼ਰ ਪਾਉਂਦੀਆਂ ਨੇ, ਔਰ ਜਿੰਨਾ ਉਹ ਪ੍ਰੈਸ਼ਰ ਜਿਹੜਾ ਕਿ ਬਣਦਾ ਉਹ 1 ਐਟਮੋਸਫੀਅਰ ਦੇ ਬਰਾਬਰ ਹੁੰਦਾ। ਲੇਕਿਨ ਇੱਥੇ ਕਿੰਨਾ ਚਾਹੀਦਾ ਇਸ ਰਿਐਕਸ਼ਨ ਵਾਸਤੇ? 340 ਐਟਮੋਸਫੀਅਰ ਦਾ ਪ੍ਰੈਸ਼ਰ ਚਾਹੀਦਾ, ਤਦ ਇਹ ਰਿਐਕਸ਼ਨ ਹੋਵੇਗਾ, ਨਹੀਂ ਤਾਂ ਇਹ ਰਿਐਕਸ਼ਨ ਨਹੀਂ ਹੋ ਸਕਦਾ। ਇਸ ਤਰ੍ਹਾਂ ਹੀ ਆਪਾਂ ਜਿਹੜਾ ਕਿ ਦੇਖਦੇ ਹਾਂ ਇੱਕ ਹੋਰ ਰਿਐਕਸ਼ਨ, ਯਾਨੀ ਕਿ ਕਾਰਬਨ ਡਾਈਆਕਸਾਈਡ ਹੈ ਵਾਤਾਵਰਨ ਦੇ ਵਿੱਚ, ਉਹ ਜਿਹੜਾ ਪਾਣੀ ਜਿਹੜਾ ਕਿ ਲੈ ਕੇ, ਪਾਣੀ ਤੇ ਵਾਤਾਵਰਨ ਦੇ ਵਿੱਚ ਜਿਹੜਾ ਕਿ ਕਾਰਬਨ ਡਾਈਆਕਸਾਈਡ ਲੈ ਕੇ ਤੇ ਪੌਦੇ ਕੀ ਬਣਾਉਂਦੇ ਨੇ? C6H12O6 यानी कि ग्लूकोज बनाते हैं, तो नाल जिहड़ा कि सानू की देंदे ने? ऑक्सीजन देंदे ने। लेकिन ये तद ही जिहड़ा कि प्रक्रिया हो सकती है कि जेकर सनलाइट होवे उत्थे, सूरज की रोशनी पै रही होवे, ते तद ही जिहड़ा कि हो सकदी ते नाल की होवे? क्लोरोफिल होवे। क्लोरोफिल एक पदार्थ हुंदा है जिहड़ा कि पौधों के विच पाया जाता है, तो जिहदे करके ही पौधे जिहड़ा कि सनलाइट नूं सोख पाउंदे ने, तद ही रिएक्शन जिहड़ा कि हो पाउंदा है। असीं देखदे ना कई जिहड़ा कि मतलब बिल्कुल लाइट हरे जे जिहड़ा कि हुंदे पौधे, तो वो बिल्कुल नहीं जिहड़ा कि सोख पाउंदे जिहड़ा कि सनलाइट नूं, तो उत्थे रिएक्शन जिहड़ा कि वधिया हुंदा ही नहीं, तो पौधे जिहड़े बड़े कमज़ोर जे रह जांदे ने। लेकिन जिहड़े बड़े मतलब गाढ़े जे रंग के पौधे हुंदे, डार्क ग्रीन जे रंग के हुंदे, तो बड़ा उन्हां 'च क्लोरोफिल जिहड़ा कि काफ़ी मात्रा 'च हुंदा है, फिर काफ़ी सनलाइट नूं जिहड़ा कि अब्जॉर्ब करदे ने। तो जिहड़े पौधे हुंदे ने, जिहड़े प्लांट्स हुंदे ने, वो बहुत हैल्दी हुंदे ने, और उन्हां दे विच फिर जिहड़ा कि ये चीज़ जिहड़ी वो काफ़ी जिहड़ा कि बनदी है, ग्लूकोज काफ़ी उत्थे बन जांदा है, जिहड़ा कि उत्थे विच वो इकट्ठा करदे ने, तो वही साडा खाना बनदा है अगे जाके, ते नाल नाल सानू की दिंदे ने? ऑक्सीजन जिहड़ा कि दिंदे ने। हुण आपां देखिए कि इस कैमीकल इक्वेशन दे चा दिता है कि मतलब कि ये चीज़ की है, किस शक्ल दे विच हैगी है साडे कोल? घुली हुई शक्ल दे विच, एक्वस दे विच हैगी है, लिक्विड दे विच हैगी है। आ जिहड़ा कि एक्वस जिहड़ा कि बनदा, ते नाल इह वी जिहड़ा कि एक्वस दी शक्ल दे विच जिहड़ा कि साडे कोल सामने आंदी है। सो ये चीज़ां साडे कोल जिहड़ा कि ओह दित्तियां होईयां। ठीक है बेटा, ये सानू जिहड़ा कि तो सानू ये पता लग गया कि ये चीज़ां जिहड़ा कि कैमीकल जिहड़ा कि इक्वेशन एक्चुअली तौर दे उत्ते की हुंदी है, इहदे बारे सानू हुण अच्छी तरह जिहड़ा कि पता लग गया कि कैमीकल इक्वेशन की हुंदी है, उहनूं बैलेंस किवें करना है, और बैलेंस करन तो बाद जिहड़ा कि उहदी स्टेट किस तरह लिखणियां ने, स्टेट तो बाद उहदियां कंडीशनस भी, वो प्रैशर टैंपरेचर किहड़ा चाहीदा जिहदे उत्ते जिहड़ा कि रिएक्ट करनी है, ये सारा कुछ बेटा जिहड़ा कि अच्छी तरीके नाल समझ चुके हैं। सो बेटा अगे आ जाती है साढ़े कोल जिहड़ा कि क्वेश्चनस ने, ये क्वेश्चन तुहानूं ईजीली नैट दे उत्ते किते भी जिहड़ा कि अवेलेबल हो जाएंगे, उन्होंने जरूर देखो, और देख के जिहड़ा कि इन्हां नूं सॉल्व करने की खुद ब खुद कोशिश करो। सो थैंक यू बेटा, थैंक यू वेरी मच।